सतगुर की जिसनु मत आवे सो सतगुर माहि समाना। एह बाणी जो जियों जाने तिस अंतर रवे हर नामा। बाणी गुरु गुरु है बाणी विच बाणी अमृत सारे। गुर बाणी कहे सेवक जन मानै। पर तख गुरु निस्तारे। बाणी बिरलो विचारसी जे को गुरमुख होए। एह बाणी महापुरख की निज घर वासा होए। सो कहो टल गुर सेविया ऐनस सहज सुभाए। दर्शन परसे गुरु के जन्म मरण दुख जाए। होवै सिफत खसम दी नूर अर सोह कुर सोह चटिया। तुद डिठे सच्चे पातशाह मल जन्म जन्म दी कटी है। सतनाम श्री वाहिगुरु साहिब जी। तनासरी महला चौथा। हर हर बूंद भय हर स्वामी। हम चात्रिक बिलल बिललाती। हर हर कृपा करो प्रभ अपनी। मुख देवो हर निम खाती। हर हर बूंद भय हर स्वामी। हम चात्रिक बिलल बिललाती। हर हर कृपा करो प्रभ अपनी। मुख देवो हर निम खाती। हार बिन रह ना सको एक राती। ज्यों बिन अमल अमली मर जाई है। त्यों हार बिन हम मर जाती। हार बिन रह ना सको एक राती। ज्यों बिन अमल अमली मर जाई है। त्यों हार बिन हम मर जाती। रहाओ। वाहिगुरु जी का खालसा वाहिगुरु वाहिगुरु जी की फतेह।
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜ਼ਮਤਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸੋਢੀ ਸੁਲਤਾਨ ਸਤਿਗੁਰੂ ਜੀ ਦੇ ਇਸ ਪਾਵਨ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਯਾਤਰਾ ਕਰਦਿਆਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਆਪਣਾ ਜਨਮ ਸਫਲਾ ਕੀਤਾ ਹੈ। ਨਕਮਸਤਕ ਹੋਏ ਹੋ, ਗੁਰੂ ਦੀਆਂ ਪਰਿਕਰਮਾ ਕੀਤੀਆਂ ਨੇ, ਗੁਰੂ ਦੇ ਚਰਨ ਪਰਸੇ ਨੇ, ਅੰਮ੍ਰਿਤ ਬਾਣੀ ਦੀ ਵਰਖਾ ਨਾਲ ਆਪਣੇ ਆਪ ਨੂੰ ਸਰਸ਼ਾਰ ਕਰਨ ਦਾ ਯਤਨ ਕੀਤਾ ਹੈ। ਹੁਣ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਆਪਾਂ ਸਾਰੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਹਾਜ਼ਰੀਆਂ ਭਰ ਰਹੇ ਹਾਂ। ਸਮਾਂ ਹੈ ਹਰੀ ਦੇ ਮੰਦਰ ਵਿੱਚੋਂ, ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਜੋ ਅੱਜ ਆਵਾਜ਼ਾ ਆਇਆ ਹੈ, ਜੋ ਪਾਵਨ ਸ਼੍ਰੀ ਮੁਖ ਵਾਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਖਸ਼ਿਆ ਹੈ, ਉਸ ਦੀ ਵਿਚਾਰ ਦਾ ਜੋ ਅੱਜ ਦੇ ਫਰਮਾਨ ਦਾ ਮੂਲ ਪਾਠ ਹੈ, ਉਹ ਰਹਾਉ ਦੇ ਬੰਦ ਤੱਕ ਆਪ ਜੀ ਨੇ ਸਰਵਣ ਕੀਤਾ ਹੈ। ਤਨਾਸਰੀ ਰਾਗ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਹੈ ਔਰ ਇਹ ਪਾਵਨ ਸ਼੍ਰੀ ਮੁਖ ਵਾਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 668 ਅੰਗ ਤੇ ਸੁਸ਼ੋਭਿਤ ਹੈ। ਅੱਜ ਬਹੁਤ ਮਹਾਨ ਪਵਿੱਤਰ ਦਿਹਾੜਾ ਹੈ। ਮੀਰੀ ਪੀਰੀ ਦੇ ਮਾਲਕ ਦਲ ਪੰਜਣ ਸੂਰਮੇ ਗੁਰੂ ਵੱਡੇ ਯੋਧੇ ਪਰ ਉਪਕਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ ਦਾ ਸੱਚਖੰਡ ਪਿਆਨਾ ਦਿਵਸ ਵੀ ਹੈ। ਸੋ ਇਸ ਇਤਿਹਾਸ ਦੀਆਂ ਬਾਬਾ ਜੀ ਦੇ ਪਵਿੱਤਰ ਜੀਵਨ ਦੇ ਵਿੱਚੋਂ ਜੋ ਸਾਨੂੰ ਸਿੱਖਿਆਵਾਂ ਮਿਲਦੀਆਂ ਨੇ, ਅਸੀਂ ਉਹਨਾਂ ਨੂੰ ਵੀ ਆਪਣੀ ਝੋਲੀ ਵਿੱਚ ਪਾਉਣਾ ਹੈ। ਪਹਿਲਾਂ ਆਪਾਂ ਲੜੀਵਾਰ ਜੋ ਅੱਜ ਇਹ ਪਾਵਨ ਸ਼੍ਰੀ ਮੁਖ ਵਾਕ ਦੀ ਕਥਾ ਇਸ ਨੂੰ ਸੰਪੂਰਨ ਕਰੀਏ, ਕਿਉਂਕਿ ਸਮਾਂ ਜੋ ਹੈ ਉਹ ਪਾਵਨ ਮੁਖ ਵਾਕ ਦੀ ਵਿਚਾਰ ਦਾ ਹੈ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ
ਬਿਲਲ ਬਿਲ ਲਾਤੀ। ਰਾਗ ਧਨਾਸਰੀ ਹੈ। ਰਾਗ ਦੀ ਅਹਿਮੀਅਤ ਜਿਹੜੀ ਹੈ ਉਹ ਇੱਕ ਭਾਂਡੇ ਵਰਗੀ ਹੈ, ਔਰ ਇਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਵਸਤੂ ਦੀ ਕੀਮਤ ਦੇ ਨਾਲ ਨਾਲ ਭਾਂਡੇ ਦੀ ਕੀਮਤ, ਭਾਂਡੇ ਦਾ ਆਕਾਰ, ਭਾਂਡੇ ਦੀ ਸ਼ੇਪ ਬਦਲਦੀ ਰਹਿੰਦੀ ਹੈ। ਔਰ ਇਹ ਅਸੀਂ ਵੇਖਿਆ ਕਿ ਜਿੰਨੀ ਵਸਤੂ ਕੀਮਤੀ ਹੋਵੇ ਉਨੀ ਭਾਂਡੇ ਦੀ ਸੰਭਾਲ ਵੱਧ ਜਾਂਦੀ ਹੈ। ਗੁਰੂ ਪਿਤਾ ਜੀ ਨੇ ਸਾਡੇ ਤੇ ਬੜੀ ਕਿਰਪਾ ਕੀਤੀ। ਅਗਰ ਪਹਿਲੀ ਗੱਲ ਸਾਨੂੰ ਸਮਝ ਆ ਜਾਏ ਕਿ ਬਾਣੀ ਗੁਰੂ ਹੈ ਤੇ ਗੁਰੂ ਕੇਵਲ ਤੇ ਕੇਵਲ ਸਾਡਾ ਬਾਣੀ ਹੈ, ਫਿਰ ਅਗਲੀ ਗੱਲ ਸਮਝ ਆ ਜਾਏ ਕਿ ਸਾਰੀ ਬਾਣੀ ਦੇ ਵਿੱਚ ਅੰਮ੍ਰਿਤ ਹੈ, ਫਿਰ ਇਹ ਜਿਹੜਾ ਮਦਾਨੀ ਲੈ ਕੇ ਇਹ ਵੱਖਰੇ ਵੱਖਰੇ ਲੋਕਾਂ ਨੇ ਰੇੜਕਾ ਪਾ ਦਿੱਤਾ, ਇਹ ਉਦੋਂ ਹੀ ਖਤਮ ਹੋ ਜਾਏਗਾ। ਅੱਜ ਵੀ ਤੁਸੀਂ ਸੁਣਦੇ ਹੋਵੋਗੇ, ਭਾਈ ਸਾਹਿਬ ਜੀ ਕੋਈ ਸ਼ਬਦ ਦੱਸੋ, ਕੋਈ ਬਾਣੀ ਦੱਸੋ, ਪੁੱਛੋ ਵੀ ਪਹਿਲਾਂ ਕਿਹੜੀ ਪੜ੍ਹੀ ਹੈ। ਪੜ੍ਹੀ ਤੇ ਪਹਿਲਾਂ ਵੀ ਕੋਈ ਨਹੀਂ। ਅਸੀਂ ਬਾਣੀ ਦਾ ਵਪਾਰੀਕਰਨ ਕਰਨ ਪੈ ਗਏ, ਔਰ ਇਹਦੇ ਵਿੱਚ ਜਿਹੜੇ ਵਪਾਰੀ ਲੋਕ ਸੀ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਮੈਂ ਇੱਕ ਆਪ ਜੀ ਨੂੰ ਛੋਟੀ ਜਿਹੀ ਉਦਾਹਰਨ ਦਿੰਦਾ ਕਿ ਸਾਡੇ ਘਰਾਂ 'ਚ ਟੈਲੀਫੋਨ ਹੁੰਦਾ ਸੀ, ਆਵਾਜ਼ ਨਹੀਂ ਸੀ ਆਉਂਦੀ, 2-4 ਚਪੇੜਾਂ ਮਾਰੀ ਦੀਆਂ ਸੀ ਉਹਨੂੰ, ਡੱਬੇ ਨੂੰ, ਫਿਰ ਵੀ ਆਵਾਜ਼ ਨਾ ਆਉਣੀ ਤੇ ਫਿਰ 2-4 ਗਾਲੀਆਂ ਕੱਢੀ ਦੀਆਂ ਸੀ ਟੈਲੀਫੋਨ ਡਿਪਾਰਟਮੈਂਟ ਨੂੰ। ਪਰ ਕਦੇ ਮਾਰਕੀਟ ਤੋਂ ਜਾ ਕੇ 150 ਰੁਪਏ ਦਾ ਉਹ ਬਕਸਾ ਨਹੀਂ ਸੀ ਆਪਾਂ ਲਵਾਉਂਦੇ ਹੁੰਦੇ। ਪਰ ਹੁਣ MBA ਕਰਨ ਵਾਲੇ ਬੱਚਿਆਂ ਨੇ ਐਸੀ ਕਲਾ ਕਮਾਈ ਹੈ, ਤੁਸੀਂ ਨੋਟ ਕਰਿਓ ਕਿਸੇ ਬੰਦੇ ਦਾ ਟੈਲੀਫੋਨ ਦਾ ਬਿੱਲ ਓਨਾ ਨਹੀਂ ਹੈ ਜਿੰਨਾ ਉਹਦਾ ਇੰਸਟਰੂਮੈਂਟ ਦਾ ਬਿੱਲ ਹੈ। ਟੈਲੀਫੋਨ ਦਾ ਬਿੱਲ 1000 ਰੁਪਇਆ ਮਹੀਨਾ ਵੀ ਨਹੀਂ ਹੈ, ਪਰ ਜੇ ਟੈਲੀਫੋਨ ਦੇ ਇੰਸਟਰੂਮੈਂਟ ਦੀ ਗੱਲ ਕਰੀਏ ਤਾਂ ਲੱਖਾਂ ਦੇ ਵਿੱਚ ਹੈ। ਤੇ ਜੇ ਲੱਖਾਂ ਨੂੰ ਮਹੀਨਿਆਂ 'ਚ ਲੈ ਕੇ ਆਓਗੇ ਤੇ ਕਈ ਆਦਮੀ ਮੇਰੇ ਵਰਗੇ ਗਵਾ ਵੀ ਲੈਂਦੇ ਨੇ, ਤੋੜ ਵੀ ਲੈਂਦੇ ਨੇ, ਭਿਉਂ ਵੀ ਲੈਂਦੇ ਨੇ। ਉਹ 10,000 ਰੁਪਇਆ ਅੱਜ ਟੈਲੀਫੋਨ ਤੇ ਲਾਉਂਦੇ ਨੇ, ਕਾਲਾਂ ਤੇ ਨਹੀਂ ਲਾਉਂਦੇ। ਇੱਕ ਵੇਲਾ ਸੀ ਅਸੀਂ ਕਾਲਾਂ ਤੇ ਪੈਸੇ ਲਾਉਂਦੇ ਸੀ, ਡੱਬੇ ਤੇ ਨਹੀਂ ਸੀ ਲਾਉਂਦੇ। ਐਵੇਂ ਚਪੇੜਾਂ ਮਾਰੀ ਜਾਣੀਆਂ, ਨਾਲੇ ਕਹੀ ਜਾਣਾ ਰਿਸ਼ਤੇਦਾਰ ਨੂੰ, ਭਾਜੀ ਆਵਾਜ਼ ਨਹੀਂ ਆਉਂਦੀ। ਇਹ ਕੀ ਹੋਇਆ? ਇਹ ਵਪਾਰੀਕਰਨ ਹੋ ਗਿਆ। ਸਾਡੀ ਐਸੀ ਸੁਰਤੀ ਬਿਰਤੀ ਕਮਾਈ ਹੈ ਕਿ ਅਸੀਂ ਗੱਲਾਂ ਦੇ ਪੈਸੇ ਘੱਟ ਦਿੰਦੇ ਆ ਤੇ ਉਹ ਜਿਹੜਾ ਹੱਥ 'ਚ ਡੱਬਾ ਫੜਿਆ ਉਹਦੇ ਪੈਸੇ ਅਸੀਂ ਲੱਖਾਂ 'ਚ ਦੇਣ ਲੱਗ ਗਏ। ਇੱਦਾਂ ਹੀ ਸਾਡੇ ਨਾਲ ਹੋਈ ਹੈ। ਉਹ ਗੁਰਬਾਣੀ ਜਿਹੜੀ ਸਾਨੂੰ ਸੱਚੇ ਪਾਤਸ਼ਾਹ ਨੇ ਫ੍ਰੀ ਆਫ ਕਾਸਟ ਦਿੱਤੀ ਹੈ, ਬਾਣੀ ਦੀ ਕੋਈ ਕੀਮਤ ਨਹੀਂ ਹੈ, ਪਰ ਅੱਜ ਤੁਹਾਡੇ ਸਾਹਮਣੇ ਹੈ ਕਿ ਬਾਣੀ ਦਾ ਵਪਾਰੀਕਰਨ ਕਰ ਦਿੱਤਾ ਗਿਆ। ਔਰ ਉਹਨੇ, ਮੈਂ ਬਹੁਤੀ ਉਹਦੀ ਵਿਆਖਿਆ ਵਿੱਚ ਨਾ ਜਾਵਾਂ ਕਿਉਂਕਿ ਸਮੇਂ ਦੀ ਇੱਕ ਆਪਣੀ ਸੀਮਾ ਹੈ। ਮੈਂ ਫਿਰ ਬੇਨਤੀ ਕਰਾਂ, ਬਾਣੀ ਗੁਰੂ ਹੈ ਤੇ ਗੁਰੂ ਕੇਵਲ ਤੇ ਕੇਵਲ ਬਾਣੀ ਹੈ। ਇਹ ਗੱਲ ਮੈਂ ਨਹੀਂ ਕਹੀ, ਇਹ ਗੱਲ ਮੇਰੇ ਸਤਿਗੁਰੂ, ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਖੀ। ਉਹਨਾਂ ਨੇ ਆਖਿਆ ਸੀ ਸ਼ਬਦ ਗੁਰੂ ਹੈ। ਜਦੋਂ ਸਾਰੀ ਆਪਾਂ ਸਿੱਖੀ ਦੀ ਪੜਚੋਲ ਕਰਾਂਗੇ ਤਾਂ ਤੁਹਾਨੂੰ ਇੱਕੋ ਹੀ ਗੱਲ ਸਮਝ ਆਵੇਗੀ ਕਿ ਅਗਰ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਕੋਈ ਬੇਸ਼ਕੀਮਤੀ ਚੀਜ਼ ਲੈ ਕੇ ਆਏ ਨੇ ਤਾਂ ਸਿਰਫ ਕੇਵਲ ਤੇ ਕੇਵਲ ਗੁਰਬਾਣੀ ਹੈ।
ਵੇਖੋ ਇਹ ਜਿਹੜੇ ਸ਼ਬਦ ਨੇ ਨਾ, ਇਹਨਾਂ ਸ਼ਬਦਾਂ ਦੀ ਸਾਨੂੰ ਰਿਜ਼ਰਵੇਸ਼ਨ ਲੈ ਕੇ ਆਉਣੀ ਚਾਹੀਦੀ ਹੈ ਕਿ ਕਿਹੜੀ ਗੱਲ ਕਿੱਥੇ ਕਹਿਣੀ ਹੈ। ਜਿਹਦਾ ਮਾਰਕੀਟ ਵਿੱਚ ਮੁੱਲ ਪੈ ਜਾਏ ਉਹ ਸ਼ਬਦ ਕਦੇ ਬੇਸ਼ਕੀਮਤੀ ਨਹੀਂ ਹੋ ਸਕਦਾ। ਜਿਹਦੀ ਤੁਸੀਂ ਖੁਦ ਕੀਮਤ ਦੱਸ ਰਹੇ ਹੋ ਵੀ ਇੰਨੇ ਕਰੋੜ ਲੱਗੇ ਜੀ, ਇੰਨੇ ਲੱਖ ਲੱਗੇ ਜੀ, ਇੰਨੇ ਹਜ਼ਾਰ ਲੱਗੇ ਜੀ, ਫਿਰ ਕਹਤਾ ਬੇਸ਼ਕੀਮਤੀ ਹੈ। ਕਿਵੇਂ ਬੇਸ਼ਕੀਮਤੀ ਹੋਈ ਬਈ? ਤੁਸੀਂ WhatsApp ਤੇ ਬਿੱਲ ਪਾ ਦਿੱਤਾ ਹੈ ਕਿ ਅਸੀਂ ਇੰਨੇ ਦੀ ਚੀਜ਼ ਭੇਟਾ ਕਰ ਰਹੇ ਹਾਂ ਤੇ ਥੱਲੇ ਲਿਖੀ ਜਾਂਦੇ ਬੇਸ਼ਕੀਮਤੀ ਹੈ। ਜਾਂ ਤੇ ਸਾਨੂੰ ਆਪ ਨੂੰ ਨਹੀਂ ਪਤਾ ਤੇ ਜਾਂ ਜਿਹੜੇ ਸਾਹਮਣੇ ਵਾਲੇ ਨੇ ਅਸੀਂ ਇਹ ਸਮਝਦੇ ਵੀ ਉਹਨਾਂ ਨੂੰ ਨਹੀਂ ਪਤਾ। ਅਗਰ ਕੋਈ ਬੇਸ਼ਕੀਮਤੀ ਵਸਤੂ ਸੰਸਾਰ ਵਿੱਚ ਸਾਨੂੰ ਮਿਲੀ ਹੈ ਤਾਂ ਉਹ ਗੁਰਬਾਣੀ ਹੈ। ਔਰ ਇਹ ਗੁਰਬਾਣੀ ਗੁਰੂ ਨਾਨਕ ਸਾਹਿਬ ਲੈ ਕੇ ਆਏ ਸੀ ਔਰ ਉਹਨਾਂ ਨੇ ਇਸ ਤੋਂ ਵੱਡੀ ਗੱਲ ਵੀ ਸਾਨੂੰ ਦੱਸੀ ਹੈ ਉਹ ਕਿ ਭਾਈ ਜੈਸੀ ਮੈਂ ਆਵੇ ਖਸਮ ਕੀ ਬਾਣੀ। ਹੁਣ ਉੱਥੇ ਇਹ ਵੀ ਆਉਂਦਾ ਵੀ ਉਹ ਕਹਿੰਦੇ ਵੀ ਮੈਂ ਲਿਆਉਂਦਾ ਨਹੀਂ ਆ, ਆਉਂਦੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਸੰਸਾਰ ਤੇ ਆਏ ਨਹੀਂ ਸੀ, ਭੇਜੇ ਗਏ ਸਨ। ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਪਰਮਾਤਮਾ ਨੇ ਉਹਨਾਂ ਨੂੰ ਘੱਲਿਆ ਸੀ ਤੇ ਉਹਨਾਂ ਦੇ ਰਾਹੀਂ ਫਿਰ ਬਾਣੀ ਘੱਲੀ ਉਹਨਾਂ ਨੇ। ਪੂਰਾ ਸਿੱਖ ਧਰਮ ਤੁਸੀਂ ਪੜ੍ਹ ਕੇ ਵੇਖ ਲਓ, ਸਾਰਾ ਧਰਮ ਇਸ ਗੱਲ ਤੇ ਆ ਕੇ ਰੁਕ ਗਿਆ ਕਿ ਬਾਣੀ ਉਚਾਰੀ ਜਾਂਦੀ ਰਹੀ, ਬਾਣੀ ਲਿਖੀ ਜਾਂਦੀ ਰਹੀ, ਬਾਣੀ ਸੰਭਾਲੀ ਜਾਂਦੀ ਰਹੀ। ਬਾਣੀ ਦੇ ਗ੍ਰੰਥ ਦੀ ਸੰਪਾਦਨਾ ਵਾਸਤੇ 43 ਸਾਲ ਜਿਨ੍ਹਾਂ ਦੀ ਉਮਰ ਹੈ ਗੁਰੂ ਅਰਜਨ ਸਾਹਿਬ, ਉਹਨਾਂ ਨੇ 4 ਸਾਲ ਆਪਣੇ ਜੀਵਨ ਦੇ ਇਸ ਸੇਵਾ ਤੇ ਲਾਏ। 4 ਸਾਲ ਇੱਥੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿੰਦੇ ਆ। ਕੋਈ ਉਦਾਹਰਨ ਦੇ ਦਿਓ ਕਿ ਕਦੇ 4 ਸਾਲਾਂ ਵਿੱਚ ਉਹ ਰਾਮਸਰ ਸਾਹਿਬ ਤੋਂ ਕਿਤੇ ਦੂਰ ਗਏ ਹੋਣ, ਈਵਨ ਆਪਣੇ ਘਰ ਵੀ ਗਏ ਹੋਣ, ਤਾਂ ਜਾਂ ਦਰਬਾਰ ਸਾਹਿਬ ਆਏ ਨੇ ਤੇ ਜਾਂ ਰਾਮਸਰ ਬੈਠ ਕੇ ਉਹਨਾਂ ਨੇ ਇਸ ਗ੍ਰੰਥ ਦੀ ਸੰਪਾਦਨਾ ਕਰਵਾਈ ਹੈ। ਇਹ ਕੀਮਤ ਦੱਸਦੀ ਹੈ ਗੁਰਬਾਣੀ ਦੀ। ਫਿਰ ਜਿਹੜਾ ਸਭ ਤੋਂ ਸੁੰਦਰ ਸਥਾਨ ਬਣਿਆ ਸ਼੍ਰੀ ਹਰਿਮੰਦਰ ਸਾਹਿਬ। ਅੱਜ ਵੀ ਜਦੋਂ ਤੁਸੀਂ ਆਉਂਦੇ ਹੋ ਤੁਹਾਡੇ ਮੁਖ ਤੋਂ ਇਹ ਗੁਰੂ ਕੇ ਬਚਨ ਆਪਣੇ ਆਪ ਨਿਕਲਦੇ ਨੇ ਕਿ ਡਿਠੈ ਸਭੇ ਥਾਵ ਨਹੀਂ ਤੁਧ ਜਿਹਾ। ਤੇ ਚਾਹੀਦਾ ਤੇ ਇਹ ਸੀਗਾ ਵੀ ਬਾਬਾ ਜੀ, ਬਾਬਾ ਬੁੱਢਾ ਜੀ ਇੱਥੇ ਤੇ ਅਸੀਂ ਬਵਾਂਗੇ ਤੇ ਦੱਸੋ ਫਿਰ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਹਿਲੀ ਮੰਜ਼ਿਲ ਤੇ ਕਰ ਦਈਏ। ਹੁਣ ਤੁਸੀਂ ਇਹ ਤੇ ਨਹੀਂ ਨਾ ਕਹਿ ਸਕਦੇ ਵੀ ਉਦੋਂ ਪਹਿਲੀ ਮੰਜ਼ਿਲ ਹੁੰਦੀ ਨਹੀਂ ਸੀ। ਜਿੱਥੇ ਹਰ ਕੀ ਪੌੜੀ ਦਾ ਪਾਠ ਚੱਲਦਾ ਹੈ ਕਿ ਇਸ ਗ੍ਰੰਥ ਦਾ ਪ੍ਰਕਾਸ਼ ਉੱਥੇ ਨਹੀਂ ਸੀ ਹੋ ਸਕਦਾ? ਹੋ ਸਕਦਾ ਸੀ। ਗੁਰੂ ਅਰਜਨ ਸਾਹਿਬ ਕਹਿੰਦੇ ਵੀ ਥੱਲੇ ਤਾਂ ਅਸੀਂ ਬਵਾਂਗੇ ਤੇ ਬਾਣੀ ਉੱਚੀ, ਇਹਨੂੰ ਉੱਚੇ ਥਾਂ ਕਰ ਦਿਓ। ਜਿਵੇਂ ਅੱਜ ਤੁਸੀਂ ਵੇਖਿਆ ਹੀ ਹੈ ਜਿੰਨੇ ਸੋ ਕਾਲਡ ਮਹਾਂਪੁਰਖ ਨੇ ਉਹ ਕਮਰੇ ਦਾ ਬੂਹਾ ਖੋਲ ਕੇ ਬੈਠੇ ਹੋਏ ਨੇ। ਤੇ ਜੇ ਪੁੱਛੋ ਗੁਰੂ ਗ੍ਰੰਥ ਸਾਹਿਬ, ਨਹੀਂ ਜੀ ਉਹਨਾਂ ਦੇ ਦਰਸ਼ਨ ਤਾਂ ਟਾਈਮ ਨਾਲ ਹੀ ਹੁੰਦੇ ਨੇ। ਵੀ ਤੁਹਾਡੇ ਟਾਈਮ ਨਾਲ ਕਿਉਂ ਨਹੀਂ ਹੁੰਦੇ? ਤੁਹਾਡੇ ਕੋਲ ਖੁੱਲੇ ਤੁਰੇ ਫਿਰਦੇ ਨੇ। ਬਾਬਾ ਜੀ ਨੂੰ ਮਿਲ ਲਓ, ਬਾਬਾ ਜੀ ਖੁੱਲੇ ਨੇ ਤੇ ਮਹਾਰਾਜ ਨਹੀਂ ਖੁੱਲੇ। ਇੱਥੋਂ ਸਮਝ ਆਉਂਦੀ ਹੈ ਕੀਮਤ ਦੀ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿੱਥੇ ਆਪ ਬੈਠਣਾ ਸੀ ਉੱਥੇ ਇਸ ਗ੍ਰੰਥ ਸਾਹਿਬ ਦਾ ਲਿਆ ਕੇ, ਜਿਹੜੀ ਮੰਜੀ ਸਾਹਿਬ ਸੀ, ਜਿਹੜਾ ਗ੍ਰੰਥ ਸਾਹਿਬ ਸੀ, ਉਹ ਲਿਆ ਕੇ ਉੱਥੇ ਸਥਾਪਿਤ ਕੀਤਾ। ਆਪਣੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਆਪਣੇ ਸੀਸ ਵਾਲਾ ਚਵਰ ਇਸ ਬਾਣੀ ਤੇ ਉੱਤੇ ਗ੍ਰੰਥ ਤੇ ਝੁਲਾਇਆ। ਆਪ ਵੱਖਰੇ ਹੋ ਕੇ ਬੈਠੇ। ਆਪਣੇ ਆਰਾਮ ਕਰਨ ਵਾਲੀ, ਆਪਣੇ ਸੌਣ ਵਾਲੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕੀਤਾ। ਫਿਰ ਇਸ ਤੋਂ ਵੱਧ ਆਪਾਂ ਨੂੰ ਕਿਹੜੀ ਗੱਲ ਜਿਹੜੀ ਨਹੀਂ ਸਮਝ ਆਉਂਦੀ? ਫਿਰ ਦਮਦਮਾ ਸਾਹਿਬ ਇਸ ਬੀੜ ਨੂੰ ਸੰਪੂਰਨ ਕੀਤਾ। ਫਿਰ ਹਜੂਰ ਸਾਹਿਬ ਜਾ ਕੇ ਇਹਨੂੰ ਮੱਥਾ ਟੇਕਿਆ। ਸਾਰਾ ਧਰਮ ਹੀ ਗੁਰਬਾਣੀ ਤੇ ਘੁੰਮਦਾ। ਇਉਂ ਲੱਗਦਾ ਹੈ ਕਿ 10 ਗੁਰੂ ਸਾਹਿਬਾਨ ਕੇਵਲ ਤੇ ਕੇਵਲ, ਕੇਵਲ ਤੇ ਕੇਵਲ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਦੱਸਣ ਆਏ, ਸਾਨੂੰ ਇਹਦੇ ਲੜ ਲਾਉਣ ਆਏ, ਸਾਨੂੰ ਇਸ ਬਾਣੀ ਦਾ ਜੋ ਪਵਿੱਤਰ ਇਹ ਜਿਹੜਾ ਬੇਸ਼ਕੀਮਤੀ ਮੁੱਲ ਹੈ ਸਾਨੂੰ ਇਹ ਦੱਸਣ ਆਏ ਔਰ ਇਹ ਸਮਝਾਉਣ ਆਏ, ਸਿਖਾ ਕਿਤੇ ਬਾਣੀ ਨਾ ਛੱਡ ਕੇ ਬਹਿ ਜਾਈਂ। ਤੇ ਅੱਜ ਉਹੀ ਬਾਣੀ ਦੇ ਲਈ ਸਿੱਖ ਪੁੱਛ ਰਿਹਾ ਭਾਈ ਸਾਹਿਬ ਕਿਹੜਾ ਪਾਠ ਕਰੀਏ? ਤੇ ਮੈਂ ਕਦੇ ਨਹੀਂ ਕਹਿੰਦਾ ਹੁੰਦਾ ਵੀ ਆਹ ਕਰੋ। ਮੈਂ ਪੁੱਛਦਾ ਨਾ ਵੀ ਪਹਿਲਾਂ ਕਿਹੜਾ ਕੀਤਾ ਹੈ।
नहीं पहला तो कोई नहीं कीता भी कोई पहला कीता कोई तेरा एक्सपैरीमेंट है कोई तजर्बा है कि जपजी साहब करदा सी जी फोड़े निकलण लग गए सुखमनी साहब करदा सी जी सिर च सिकरी पै गई तो हुण दसो किहड़ा करिए कीता तो कख भी नहीं असी पढ़िया तो जपजी साहब भी नहीं है पढ़ी तो सोदर भी नहीं है पढ़िया तो सौण लग्या सोहला भी नहीं है पढ़िया तो जाप साहब भी नहीं है पढ़ी तो चौपाई भी नहीं है पढ़िया तो आनंद साहब भी नहीं है तो फिर दसो आप इन्नी गरीबी अज साडी गरीबी जिहड़ी है ना वो गुरबाणी वल्लों है अमीरी पैसे वल्लों है और पैसे वाली अमीरी नूं असीं अज वड्याउणा शुरू कर दिता है। सो मैं बेनती करा बाणी गुरु है केवल गुरु ही बाणी है और ये चेता रखना सारी बाणी विच अमृत है कोई धन श्री गुरु ग्रंथ साहब का शब्द ऐसा नहीं जिहदा पुण्य फल घट होवे कि ये पढ़ोगे इहदा पुण्य फल घट है जी इहदा पढ़ोगे पुण्य फल घट है जी ये पढ़ोगे इहदा पुण्य फल ज़्यादा है जी जिहड़ा व्यक्ति ये गल्लां करदा है वो ठीक नहीं करदा। सारी बाणी गुरु है जिदन सानू ये गल समझ आ गई उस तो बाद साडे जीवन की ट्यूनिंग ठीक होएगी डायरैक्शन ठीक होएगी ये चेता रखना। देखो साड़ी गलती सिर्फ इन्नी है कि कुछ नशे दे आदि आदमी बेड़ी विच बह गए तो सारी रात ही चप्पू मारते रहे तो जो सवेर होई एक दूजे नूं पुछदे कित्थे पहुंचे वो कहंदे किते भी नहीं कहंदे क्यों कहंदे यार वो जिहड़े रस्सा सी बेड़ी वाला तो खोलिया ही नहीं जिहड़े किले नाल बेड़ी बद्धी सी जिहड़े कुंडे नाल बद्धी सी वो रस्सा तो खोलिया ही नहीं। साडी असी जिहड़े बाणी पढ़ते भी हैं जिहड़े धर्म कर्म करते भी हैं साडी डायरैक्शन ठीक नहीं है। तुसीं अजकल मोटरां गड्डियां चलाउने हो जे गड्डी की ट्यूनिंग अगे पिछे हो जाए गड्डी स्टार्ट ही नहीं होंदी नवीं बैटरी की करेगी तो बाकी सारा कुछ नवा की करेगा। सब तो पहली लोड़ है कि असी एकाग्र चीत होइए सावधान होइए असी गुरमुख बणीए गुरु वाले पासे मुख करिए और असी अपने जीवन में एक गल दृढ़ कर लईए कि मैनू जो कुछ मिलना है धन श्री गुरु ग्रंथ साहब जी तो मिलना है। बाबा नंद सिंह जी यही गल कहते रहे कि जिहदी गुरु ग्रंथ साहब तो पूरी नहीं पई संसार के लोगों की कितों नहीं पैनी। कोई है दुनिया में जिन्हें गुरु ग्रंथ साहब तो बिना कुछ पा लिया होवे जिन्हों ने गुरु ग्रंथ साहब तो पाया है वो भी सानू मुड़ के गुरु ग्रंथ साहब के नेड़े नहीं जाण दिता उन्होंने वो भी सानू अपने नाल लैके तुरन लग पे। सो सच्चे पातशाह महाराज ने कृपा की है राग धनासरी है ते महला शरीर चौथे पातशाह धन गुरु रामदास महाराज दा है जिथों इस बाणी का उचारण होया है। धन श्री गुरु ग्रंथ साहब महाराज जी दे 668 अंग ते सुशोभित है। हर हर बूंद भय हर स्वामी हम चातरक बिल लाती। ऐ परमात्मा मेरे वास्ते तू एक स्वांती बूंद है ते इस स्वांती बूंद वास्ते मैं दिन रात तड़फदा। हर हर बूंद भय हर स्वामी हम चातरक चातरक का अर्थ बबीहा कर लो पपीहा कर लो चातरक कर लो कि ये वास्ते मैं दिन रात तड़फदा। बिल लाती तो अर्थ है तड़फना उहदे प्राप्ति वास्ते दिन रात अपने अंदर इच्छा नूं प्रगट करना। हाँ जी हर हर कृपा करहु प्रभ अपनी मुख देवो हर निमखाती। सतगुरु हे हरि मेरे ते कृपा करो इस स्वांती बूंद मेरे मुख विच दे दिओ। किन्ने समय लई एक निमक मात्र जिन्ना समा अख चमकण ते लगदा है। जिहड़ी पुरानी टाइम दी जिहड़ी कैलकुलेशन है वो मिनटां सकिंटां च नहीं सी हुंदी। वो निमखां विच सी पलियां विच सी चसियां विच सी घड़ियां विच सी पैरां विच सी। तो निमक मात्र समय तो अर्थ है अख चमकण जिन्ना समा। इन्ने समय वास्ते ही ये जिहड़ी
ਨਾਮ ਰੂਪੀ ਬੂੰਦ ਹੈ, ਦਾਤਾ ਤੂੰ ਮੇਰੇ ਮੁਖ ਵਿੱਚ ਪਾ ਦੇ। ਮੈਂ ਬਬੀਹੇ ਦੀ ਨੁਮਾ, ਬਬੀਹਾ ਪ੍ਰਯੋ ਪ੍ਰਯੋ ਕਰੇ, ਦਿਨ ਰਾਤ ਜਿਹੜਾ ਅਸੀਂ ਵਾਹਿਗੁਰੂ ਵਾਹਿਗੁਰੂ ਕਹਿਣਾ ਹੈ, ਜਿਹੜਾ ਅਸੀਂ ਸਿਮਰਨ ਕਰਨਾ ਹੈ, ਇਹ ਉਸ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਵਾਸਤੇ ਹੈ ਕਿ ਸਾਨੂੰ ਉਹਦੀ ਪ੍ਰਾਪਤੀ ਹੋ ਜਾਏ। ਹਾਂਜੀ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਨਹੀਂ, ਮੈਂ ਇੱਕ ਰਾਤ ਵੀ ਆਪਣੇ ਜੀਵਨ ਦੀ ਇਸ ਸਵੰਤੀ ਬੂੰਦ ਤੋਂ ਬਿਨਾ, ਤੇਰੀ ਨਾਮ ਬੂੰਦ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ। ਹਾਂਜੀ। ਜਿਉ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉ ਹਰ ਬਿਨ ਹਮ ਮਰ ਜਾਤੀ। ਜਿਵੇਂ ਇੱਕ ਅਮਲੀ ਅਮਲ ਤੋਂ ਬਿਨਾ ਤੜਫਦਾ ਹੈ। ਹੁਣ ਵੇਖੋ, ਹਰ ਤਸ਼ਬੀਹ ਸਤਿਗੁਰੂ ਨੇ ਸਾਨੂੰ ਦਿੱਤੀ ਹੈ। ਜਿਵੇਂ ਇੱਕ ਕੋਈ ਨਸ਼ੇ ਦਾ ਆਦੀ ਮਨੁੱਖ ਤੜਫ ਉੱਠਦਾ ਹੈ ਜੇ ਉਹਨੂੰ ਨਸ਼ਾ ਨਾ ਪ੍ਰਾਪਤ ਹੋਵੇ, ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ ਤਿਉ ਹਰ ਬਿਨ ਹਮ ਮਰ ਜਾਤੀ। ਕਹਿਣ ਲੱਗੇ ਇਦਾਂ ਦੀ ਮੇਰੀ ਹਾਲਤ ਹੁੰਦੀ ਹੈ। ਕਦੇ ਅਮਲੀ ਤੜਫਦਾ ਵੇਖਿਆ ਤੁਸੀਂ? ਤੇ ਜੇ ਕਹੋ ਜੀ ਵੇਖਿਆ ਤੇ ਪੁੱਛੋ ਵੀ ਕਦੇ ਤੁਸੀਂ ਵੀ ਗੁਰਦੁਆਰੇ ਤੋਂ ਬਿਨਾਂ ਇਦਾਂ ਤੜਫੇ ਹੋ? ਪਾਠ ਕੀਤੇ ਤੋਂ ਬਿਨਾਂ ਤੜਫੇ ਹੋ? ਕੀਰਤਨ ਸੁਣੇ ਤੋਂ ਬਿਨਾਂ ਤੜਫੇ ਹੋ? ਕਦੇ ਗੁਰੂ ਕੀ ਬਾਣੀ ਦਾ ਜਾਪ ਕਰਨ ਤੋਂ ਬਿਨਾਂ ਤੜਫੇ ਹੋ? ਕਿ ਤੁਸੀਂ ਮੰਜੀ ਤੇ ਬੰਦਾ ਉਛਲਦਾ ਵੇਖਿਆ? ਮੰਜੀ ਤੋਂ ਭੁੰਜੇ ਡਿੱਗਦਾ ਵੇਖਿਆ? ਵੱਟ ਖਾਂਦਾ ਵੇਖਿਆ? ਸਰੀਰ ਕਦੇ ਮਰੋੜੇ ਖਾਂਦਾ? ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਿਸੇ ਅਮਲੀ ਨੂੰ ਵੇਖੋ ਪਹਿਲਾਂ। ਜਿਵੇਂ ਸਤਿਗੁਰੂ ਦੀ ਬਾਣੀ 'ਚ ਬਾਰ-ਬਾਰ ਆਉਂਦੇ ਨੇ, ਕਹਿੰਦੇ ਜਾਓ ਸੁਹਾਗਣ ਨੂੰ ਪੁੱਛੋ ਜਾ ਕੇ, ਪਤੀ ਬ੍ਰਤ ਧਰਮ ਕਮਾਉਣ ਵਾਲੀ ਕਿਸੇ ਭੈਣ ਨੂੰ ਮਿਲੋ, ਉਸ ਤੋਂ ਬਾਅਦ ਤੁਹਾਨੂੰ ਸਮਝ ਆਏਗੀ ਕਿ ਪਤੀ ਪਰਮੇਸ਼ਰ ਦੇ ਨਾਲ ਰਿਸ਼ਤਾ ਕਿਵੇਂ ਬਣਾਈਦਾ ਹੈ। ਪਰ ਸਾਡੀ ਸੋਚ ਹੀ ਨਹੀਂ ਹੈ। ਅੱਜ ਤੋਂ ਅਸ਼ਟਾਬਕਰ ਵਾਲੀ ਗੱਲ ਹੋ ਗਈ ਹੈ ਕਿ ਅਸੀਂ ਤੇ ਚਮੜੇ ਦੇ ਵਪਾਰੀ ਹਾਂ। ਜਿਹੜੀਆਂ ਤਸ਼ਬੀਹਾਂ, ਜਿਹੜੀਆਂ ਉਦਾਹਰਨਾਂ, ਜਿਹੜੀਆਂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆਵਾਂ ਦਿੱਤੀਆਂ ਨੇ, ਉਹਨਾਂ ਤੋਂ ਅਸੀਂ ਕੀ ਸਮਝਣ ਦਾ ਯਤਨ ਕੀਤਾ? ਕੁਝ ਵੀ ਨਹੀਂ। ਅੱਜ ਅਮਲੀ ਦੇ ਨਾਂ 'ਤੇ, ਅਮਲ ਦੇ ਨਾਂ 'ਤੇ, ਨਸ਼ੇ ਦੇ ਨਾਂ 'ਤੇ, ਡਰੱਗ ਦੇ ਨਾਂ 'ਤੇ ਜਿੰਨੀਆਂ ਮਰਜ਼ੀ ਸਾਡੇ ਕੋਲੋਂ ਤਕਰੀਰਾਂ ਸੁਣ ਲਓ, ਪਰ ਉਹਦੇ ਵਿੱਚੋਂ ਵੀ ਸਤਿਗੁਰੂ ਨੇ ਇੱਕ ਗੁਣ ਦੱਸਿਆ ਹੈ। ਕਹਿੰਦੇ ਕਦੇ ਇਸ ਅਮਲੀ ਵਾਂਗੂ ਕਦੇ ਤੂੰ ਆਪਣੇ ਗੁਰੂ ਲਈ ਤੜਫਿਆ, ਬਾਣੀ ਲਈ ਤੜਫਿਆ, ਕਦੇ ਨਾਮ ਸਿਮਰਨ ਲਈ ਤੜਫਿਆ, ਕਦੇ ਤੈਨੂੰ ਲੱਗਿਆ ਵੀ ਅੱਜ ਮੇਰਾ ਕੁਝ ਰਹਿ ਗਿਆ, ਅੱਜ ਮੈਨੂੰ ਕੋਈ ਚੀਜ਼ ਨਹੀਂ ਪ੍ਰਾਪਤ ਹੋਈ, ਮੇਰਾ ਸਮਾਂ ਖੁੰਝ ਗਿਆ ਹੈ। ਅਮਲੀ ਦਾ ਟਾਈਮ ਹੁੰਦਾ ਹੈ, ਉਹਦਾ ਸਮਾਂ ਖੁੰਝ ਜਾਂਦਾ ਹੈ, ਤਾਂ ਉਹ ਫਿਰ ਤੜਫਣਾ ਸ਼ੁਰੂ ਕਰ ਦਿੰਦਾ ਹੈ। ਗੁਰੂ ਰਾਮਦਾਸ ਮਹਾਰਾਜ ਪਿਤਾ ਮਹਾਰਾਜ ਕਹਿੰਦੇ ਨੇ, ਕਹਿੰਦੇ ਜਿਵੇਂ ਅਮਲੀ ਅਮਲ ਤੋਂ ਬਿਨਾਂ ਨਹੀਂ ਰਹਿ ਸਕਦਾ, ਪਰਮਾਤਮਾ ਮੈਂ ਤੇਰੇ ਤੋਂ ਬਿਨਾਂ ਇੱਕ ਰਾਤ ਵੀ ਨਹੀਂ ਰਹਿ ਸਕਦਾ। ਹਾਂਜੀ। ਰਹਾਉ ਤੁਮ ਹਰ ਸਰਵਰ ਅਤ ਅਗਾਹ, ਹਮ ਲਹਿ ਨਾ ਸਕਹਿ ਅੰਤ ਮਾਤੀ। ਤੂੰ ਸਰੋਵਰ ਹੈ, ਤੂੰ ਅਥਾ ਡੂੰਘਾ ਹੈ, ਹਮ ਲੈ ਨਾ ਸਕੈ ਅੰਤ ਮਾਤੀ। ਮਾਤੀ ਤੋਂ ਇੱਥੇ ਭਾਵ ਹੈ ਮਾਤਰ, ਇੱਕ ਛਿਣ ਮਾਤਰ, ਇੱਕ ਖਿਣ ਮਾਤਰ। ਅਸੀਂ ਇੱਕ ਮਾਤਰ ਛੋਟਾ ਜਿਹਾ ਵੀ ਅੰਤ ਤੇਰਾ ਨਹੀਂ ਪਾ ਸਕਦੇ। ਤੂੰ ਸਰੋਵਰ ਹੈ, ਤੂੰ ਅਤ ਡੂੰਘਾ ਹੈ, ਤੂੰ ਗਹਿਰ ਗੰਭੀਰ ਹੈ। ਹਾਂਜੀ। ਤੂੰ ਪਰੈ ਪਰੈ ਅਪਰੰਪਰ ਸੁਆਮੀ, ਮਿਤ ਜਾਨੋ ਆਪਨ ਗਾਤੀ। ਤੂੰ ਪਰੇ ਤੋਂ ਪਰੇ ਹੈ, ਤੇਰਾ ਅੰਤ ਕੋਈ ਨਹੀਂ ਹੈ, ਤੇਰਾ ਪਾਰਾਵਾਰ ਨਹੀਂ ਕਿਸੇ ਨੇ ਪਾਇਆ। ਤੂੰ ਅਪਰੰਪਰ ਹੈ, ਤੂੰ ਸੁਆਮੀ ਹੈ, ਤੂੰ ਸਾਰੇ ਸੰਸਾਰ ਦਾ ਮਾਲਕ ਹੈ। ਆਪਣੀ ਮਿੱਤ ਤੂੰ ਆਪ ਜਾਣਦਾ ਹੈ, ਆਪਣੀ ਗਤ ਵੀ ਤੂੰ ਆਪ ਜਾਣਦਾ ਹੈ। ਤੂੰ ਕਿੰਨਾ ਵੱਡਾ ਹੈ, ਤੂੰ ਕਿੰਨਾ ਡੂੰਘਾ ਹੈ, ਤੇਰਾ ਕਿੱਡਾ ਵੱਡਾ ਪਸਾਰਾ ਹੈ, ਕੋਈ ਨਾ ਜਾਣੇ। ਤੇਰਾ ਕੀਤਾ ਕੇਵਡ ਚੀਰਾ, ਕੋਈ ਨਹੀਂ ਜਾਣਦਾ। ਪਰਮਾਤਮਾ ਤੇਰੇ ਪਸਾਰੇ ਨੂੰ ਕਿਸੇ, ਤੇਰੇ ਪਸਾਰੇ ਦਾ ਕਿਸੇ ਨੂੰ ਨਹੀਂ ਪਤਾ। ਕੋਈ ਐਡਾ ਵੱਡਾ ਹੋਵੇ ਤੇ ਜਾਣੇ, ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਹਾਂਜੀ।
ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲੇ ਰਾਤੀ। ਜਿਹੜੇ ਰੱਬ ਦੇ ਸੰਤ ਬਣੇ, ਭਗਤ ਬਣੇ, ਜਿਨ੍ਹਾਂ ਨੇ ਰੱਬ ਨੂੰ ਸਿਮਰਿਆ, ਉਹਨਾਂ ਦੇ ਜੀਵਨ ਦੀ ਹਾਲਤ ਹੈ ਕਿ ਰੰਗ ਚਲੂਲੇ ਰਾਤੀ, ਉਹ ਰੱਬ ਦੇ ਗੂੜੇ ਰੰਗ ਵਿੱਚ ਰੰਗੇ ਗਏ। ਅੱਜ ਤੁਹਾਨੂੰ ਕਲਫ ਦਾ ਰੰਗ ਮਿਲੇਗਾ, ਭਾਵੇਂ ਭੈਣ ਹੋਵੇ ਭਾਵੇਂ ਵੀਰ ਹੋਵੇ। ਹਰ ਐਤਵਾਰ ਕਲਫ ਦਾ ਰੰਗ ਤੇ ਚੜ੍ਹਦਾ ਤੁਸੀਂ ਵੇਖਿਆ ਹੋਏਗਾ, ਨਾਮ ਦਾ ਰੰਗ ਚੜ੍ਹਦਾ ਨਹੀਂ ਵੇਖਿਆ, ਜਾਂ ਗੁੱਸੇ ਦਾ ਰੰਗ ਚੜ੍ਹਦਾ ਵੇਖਿਆ ਹੋਏਗਾ। ਕਈ ਮੇਰੇ ਵਰਗੇ ਉੱਦਾਂ ਹੀ ਲਾਲ ਪੀਲੇ ਹੋਏ ਰਹਿੰਦੇ ਨੇ, ਪਰ ਕੋਈ ਐਸੀ ਰੂਹ ਜਿਹਦਾ ਚਿਹਰਾ ਦਗਦਗ ਕਰਦਾ ਹੋਵੇ, ਜਿਹਨੂੰ ਨਾਮ ਦਾ ਰੰਗ ਚੜ੍ਹਿਆ ਹੋਵੇ, ਜਿਹਨੂੰ ਪਰਮਾਤਮਾ ਦੇ ਨਾਮ ਦੀ ਲਾਲੀ ਹੋਵੇ, ਨਾਮ ਜਪੰਦੜੀ ਲਾਲੀ, ਕੋਈ ਹੈ ਐਸੀ ਰੂਹ, ਕੋਈ ਬਖਸ਼ੀ ਰੂਹ ਜਿਹੜੀ ਸਾਨੂੰ ਕੋਈ ਮਿਲੇ। ਹਾਂਜੀ। ਹਰ ਹਰ ਭਗਤ ਬਨੀਆਤ ਸੋਭਾ ਹਰ ਜਪਿਓ ਊਤਮ ਪਾਤੀ। ਹਰੀ ਪਰਮਾਤਮਾ ਦੀ ਭਗਤੀ ਹੀ ਸਭ ਤੋਂ ਵੱਡੀ ਅਤ ਸ਼ੋਭਾ, ਉੱਤਮ ਤੋਂ ਉੱਤਮ ਸ਼ੋਭਾ ਹੈ। ਹਰ ਜਪਿਓ ਊਤਮ ਪਾਤੀ, ਤੇ ਜਿਨ੍ਹਾਂ ਨੇ ਜਪਿਆ ਉਹਨਾਂ ਦੀ ਪਤ ਉੱਤਮ ਹੋ ਗਈ, ਉਹ ਸ੍ਰੇਸ਼ਟ ਹੋ ਗਏ, ਉਹ ਸ਼੍ਰੋਮਣੀ ਹੋ ਗਏ, ਸਭ ਤੋਂ ਵੱਡੇ ਹੋ ਗਏ, ਸਭ ਤੋਂ ਚੰਗੇ ਹੋ ਗਏ। ਉਹੀ ਪਤਵੰਤੇ ਆਖੇ ਜਾਂਦੇ ਨੇ। ਅੱਜ ਤੇ ਸ਼ਬਦ ਹੀ ਇਹ ਲੱਗਦਾ ਜਿੱਦਾਂ ਨਾ ਅਸੀਂ ਸਭ ਕੁਝ ਗਵਾ ਲਿਆ। ਉਦੋਂ ਹੀ ਮਹਾਰਾਜ ਦੀ ਹਜ਼ੂਰੀ 'ਚ ਕਹੀ ਜਾਂਦੇ ਜੀ ਪਤਵੰਤੇ ਨੇ ਜੀ। ਪਤਵੰਤਾ ਕਿਹਨੂੰ ਕਹਿੰਦੇ ਨੇ? ਕੌਣ ਹੈ ਧਨਵੰਤ, ਕੁਲਵੰਤ, ਪਤਵੰਤ? ਅੱਗੇ ਸ਼ਬਦ ਆਏਗਾ ਜਿਸ ਹਿਰਦੈ ਭਗਵੰਤ, ਜਿਹਦੇ ਹਿਰਦੇ ਵਿੱਚ ਰੱਬ ਹੈ। ਅਸੀਂ ਪਤਵੰਤੇ ਸਿਰਫ ਦੁਨੀਆ ਦੀ, ਉਹਨਾਂ ਦੇ ਪੈਸੇ ਵੇਖਦੇ ਆ, ਉਹਨਾਂ ਦੀਆਂ ਪਦਵੀਆਂ ਵੇਖਦੇ ਆ, ਉਹਨਾਂ ਦਾ ਰੋਹਬ ਦਾ ਵੇਖ ਕੇ ਗੱਲਾਂ ਕਰੀ ਜਾਂਦੇ ਅਸੀਂ। ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੀ ਜਦੋਂ ਗੱਲ ਕਰੋ, ਜਦੋਂ ਇਸ ਦਰ ਤੇ ਆ ਕੇ ਗੱਲ ਕਰੋ, ਜਦੋਂ ਗੁਰੂ ਦੇ ਹਜ਼ੂਰ ਖਲੋ ਕੇ ਗੱਲ ਕਰੋ, ਉੱਥੇ ਸਾਨੂੰ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸੋ ਕੁਲਵੰਤ, ਪਤਵੰਤ, ਧਨਵੰਤ, ਇਹ ਸਾਰੀਆਂ ਬਖਸ਼ਿਸ਼ਾਂ ਸਿਰਫ ਉਹਨੂੰ ਹੈ ਜਿਹਦੇ ਹਿਰਦੇ ਵਿੱਚ ਉਸ ਪ੍ਰਭੂ ਪਰਮਾਤਮਾ ਦਾ ਵਾਸਾ ਹੈ। ਜਿੱਥੇ ਰੱਬ ਆਪ ਟਿਕਿਆ ਹੈ, ਉਹਨਾਂ ਦੀ ਜਿਨ ਹਰ ਜਪਿਓ ਊਤਮ ਪਾਤੀ, ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਕੀਤਾ, ਭਗਤੀ ਕੀਤੀ ਹੈ। ਹਾਂਜੀ। ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ। ਉਹ ਠਾਕੁਰ ਮਾਲਕ ਵੀ ਆਪ ਹੈ, ਉਹ ਸੇਵਕ ਨੌਕਰ ਸਿੱਖ ਵੀ ਆਪ ਹੈ, ਗੁਰੂ ਵੀ ਆਪ ਹੈ। ਉਹ ਆਪ ਹੀ ਭਾਂਤ ਬਣਾਉਂਦਾ ਹੈ। ਕੋਈ ਵੀ ਜਿਹੜਾ ਤਰੀਕਾ ਹੈ, ਵਿਉਂਤ ਹੈ, ਹਰ ਬਣਾਵਟ ਬਣਾਉਣ ਵਾਲਾ ਰੱਬ ਆਪ ਹੈ। ਸਾਰੇ ਸੰਜੋਗ ਉਹ ਆਪ ਬਣਾਉਂਦਾ ਹੈ। ਆਪੇ ਗੁਰੂ ਹੈ, ਆਪੇ ਸਿੱਖ ਹੈ, ਤੇ ਆਪ ਹੀ ਉਹ ਨਾਮ ਜਪਣ ਦੀ ਉਹ ਇਹ ਸੰਜੋਗ, ਵਿਉਂਤ, ਇਹ ਵਿਧੀ, ਇਹ ਘੜੀ ਬਣਾਉਂਦਾ ਹੈ, ਤਰੀਕਾ ਬਣਾ ਦਿੰਦਾ ਹੈ ਕਿ ਸੱਚੇ ਪਾਤਸ਼ਾਹ ਆਪ ਹੀ ਮਿਹਰ ਕਰਦੇ ਨੇ। ਆਪਣੀ ਮਿਹਰ ਦੀ ਛੜੀ ਜਦੋਂ ਰੱਖਦੇ ਨੇ ਤੇ ਫਿਰ ਛੱਜੂ ਵਰਗੇ ਵੀ ਉਹ ਵੀ ਗੀਤਾ ਦੇ ਅਰਥ ਕਰਦੇ ਨੇ ਭਾਈ, ਉਹ ਵੀ ਗੀਤਾ ਦੇ ਸ਼ਲੋਕ ਪੜ੍ਹ ਲੈਂਦੇ ਨੇ। ਹਾਂਜੀ। ਨਾਨਕ ਜਨ ਤੁਮਰੀ ਸਰਨਾਈ ਹਰ ਰਾਖੋ ਲਾਜ ਪਗਾਤੀ। ਨਾਨਕ ਜਨ ਤੁਮਰੀ ਸ਼ਰਨਾਈ। ਗੁਰੂ ਚੌਥੇ ਪਾਤਸ਼ਾਹ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਉਪਦੇਸ਼ ਦ੍ਰਿੜ ਕਰਾਉਂਦੇ ਨੇ ਕਿ ਦਾਸ ਨਾਨਕ ਤੁਹਾਡੀ ਸ਼ਰਨ ਵਿੱਚ ਹੈ, ਹਰ ਰਾਖੋ ਲਾਜ ਭਗਾਤੀ। ਸੱਚੇ ਪਾਤਸ਼ਾਹ ਆਪਣੇ ਦਰ ਦਾ ਭਗਤ ਜਾਣ ਕੇ, ਸੇਵਕ ਜਾਣ ਕੇ ਮੇਰੀ ਇੱਜ਼ਤ ਰੱਖ ਲੈਣੀ। ਹੁਣ ਪੱਤ ਕਿੰਨੇ ਰੱਖਣੀ ਹੈ? ਵਾਹਿਗੁਰੂ ਨੇ। ਲੱਜ ਕਿੰਨੇ ਰੱਖਣੀ ਹੈ? ਵਾਹਿਗੁਰੂ ਨੇ। ਸਾਰੀ ਬਖਸ਼ਿਸ਼ ਉਹਦੀ ਹੈ। ਔਰ ਇਹ ਗੱਲ ਸਾਨੂੰ ਬਾਰ-ਬਾਰ ਗੁਰਬਾਣੀ ਨੇ ਸਮਝਾਈ ਹੈ ਕਿ ਜਿਸ ਪਤ ਰੱਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਜਿਹਦੀ ਪਤ ਵਾਹਿਗੁਰੂ ਰੱਖਦਾ ਹੈ, ਉਹਦੀ ਇੱਜ਼ਤ ਦੁਨੀਆ ਵਿੱਚ ਕੋਈ ਨਹੀਂ ਰੋਲ ਸਕਦਾ। ਬੜੀਆਂ ਉਦਾਹਰਨਾਂ, ਬੜੇ ਮੁਹਾਵਰੇ ਸੱਚੇ ਪਾਤਸ਼ਾਹ ਨੇ ਸਾਨੂੰ ਬਾਣੀ ਦੇ ਰਾਹੀਂ ਸਮਝਾਏ ਨੇ। ਬੜੀਆਂ ਉਦਾਹਰਨਾਂ ਸਾਨੂੰ ਮਿਲਦੀਆਂ ਨੇ। ਸਤਿਗੁਰੂ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ।
जितना समा बाकी है, जो अज महान पवित्र दिहाड़ा है कि मीरी पीरी दे मालक सतगुरु गुरु हरगोबिंद साहब महाराज जी दे साहिबजादे बाबा अटल राय जी, जिन्हां दा जन्म 1619 विच होया और उन्हां दा जिहड़ा सचखंड पियाना है वो 1628 विच होया। इहदा अर्थ है कि उन्हां दी जिहड़ी कुल आजू है वो 9 साल है। और जिहड़ी गल मैं महान कोश विच पढ़ी, भाई कान सिंह नाभा होरां ने जिहड़ा उहदा जिक्र कीता है कि तकरीबन उन्हां दे सचखंड पियाने तो 1.5 साल बाद 1628 तो बाद 1778 विच ये अस्थान जिहड़ा बाबा अटल राय जी का ये कुछ प्रेमी गुरसिखां ने बनाया। और इत्थे फिर भाई जोध सिंह रामगढ़िया करके जिक्र आउंदा है, उन्होंने फिर 6 साल बाद 1778 तो बाद 1784 विच फिर इहदियां कुछ मंजिलां जिहड़ियां ने वो तैयार कीतियां और इहदी 9 मंजिल इसनूं बनाया गया। ये भावना सी कि उन्हां दी आजू 9 साल सी ते इहदे जिहड़े मंजिलां ने वो भी 9 बनाईयां जाण। बाबा अटल राय जी की जिहड़ी कथा आउंदी है कि बड़े छोटे जे सन ते बच्चियां दे नाल खेडदे ने ते खेडदे खेडदे जदों शामां पईयां ते जिवें बाकी बच्चे अपने घरां नूं गए, बाबा अटल राय जी भी अपने घर आ गए। सवेर होई ते फिर खेडण लई जदों पहुंचे ने ते उत्थे की वेख्या कि एक मोहन नाम का बच्चा जिहड़ा है जिहदे सिर ते वारी सी, इहनूं भाई संतोख सिंह होरां ने सींड लिखिया है कि उन्हां दे सिर वारी सी भी जदों खेड खत्म होई तो जिवें बच्चे एक दूजे दे सिर वारी चढ़ाउंदे ने भी अगों हुण तेरी वारी है, ते ओह बच्चे दे सिर वारी सी ते ओह आया नहीं। ते बच्चियां ने आपस में गल की भी हुण वारी अपनी सी ते वारी देण दा मारा नहीं आया। ते बाबा अटल राय जी ने अपने साथी बच्चे नूं भेजिया भी जाओ बुलाओ मोहन नूं, उनको आके भाई वारी दे। ते उन्हें आके वापस दसिया भी बाबा जी वो ते बच्चा राती मर गया, सप लड़िया है, बच्चे की मौत हो गई है। तो उन्हां दे घर दे विच ते कुरलाट पिया होया, वो तो लोग रो रहे ने घर दे विच, माँ प्यो सखे संबंधी रिश्तेदार। बाबा जी आप गए ते कहन लगे भाई कित्थे है मोहन? वो कहते बाबा जी आ मरिया पिया। कहंदे ने ते साडी वारी देनी सी। हुण उत्थे परिवार ने भी बेनतियां कीतियां, तरले कीते भी तुसी गुरु पुत्र हो, तुहाडे ते किरपा है, तुसी चाहो ते तुहाडी वारी भी मिल सकदी है ते सानू पुत्र भी वापस मिल सकदा है। तो इतिहास ने यह लिखा कि बाबा जी अपने हाथ में एक छोटी जी खूंडी रखते सी ते उन्होंने खूंडी दे नाल उस बच्चे दी गर्दन नूं ला के आख्या उठ बई वारी दे। तो इतिहास के पत्रे कहते हैं कि वह बच्चा जीवित हो गया, बच्चा उठिया, परिवार में खुशियां हो गई। वो जिहड़ा सी रोना करलाउणा सी वो वधाइयां विच बदल गया। हुण ये शोभा, ये कीर्ति पूरी इस गुरु की नगरी विच फैल गई, गुरु महलों तक भी गई, गुरु मातावां कोल भी ये आवाज़ गई कि अज बाबा अटल राय जी ने बहुत वड्डी करामात विखाई है कि एक बच्चे मोहन नूं जिउंदा कर दिता है। उत्थे भी आउंदा है कि गुरु हरगोबिंद साहब महाराज
ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਹੈ, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਿਰਜਣਾ ਹੈ ਉਹ 1608 ਵਿੱਚ ਹੋ ਚੁੱਕੀ ਹੈ। ਇਹ ਘਟਨਾ 28 ਦੀ ਹੈ। ਅਕਾਲ ਤਖਤ ਸਾਹਿਬ ਬਣਨ ਤੋਂ ਤਕਰੀਬਨ 20 ਸਾਲ ਬਾਅਦ ਇਹ ਘਟਨਾ ਹੋਈ ਹੈ। 11 ਸਾਲਾਂ ਬਾਅਦ ਤੇ ਬਾਬਾ ਅਟਲ ਰਾਏ ਜੀ ਦਾ ਜਨਮ ਹੀ ਇਤਿਹਾਸ ਦੱਸਦਾ। 9 ਸਾਲ ਉਹਨਾਂ ਦੀ ਆਜੂ ਵੀ ਹੈ। ਜਦੋਂ ਇੱਥੇ ਗੱਲ ਹੋਈ ਤੇ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ, ਔਰ ਉਹਦੇ ਜਿਹੜੇ ਲੌਜਿਕ ਦਿੱਤੇ ਗਏ, ਦਲੀਲਾਂ ਦਿੱਤੀਆਂ ਗਈਆਂ, ਜਿਹੜਾ ਇਤਿਹਾਸ ਦੇ ਪੱਤਰਿਆਂ ਵਿੱਚ ਲਿਖਿਆ ਗਿਆ, ਉਹ ਗੱਲਾਂ ਬੜੀਆਂ ਸਮਝਣ ਵਾਲੀਆਂ ਨੇ। ਆਪਾਂ ਨਾ ਸਿਰਫ ਇੱਕ ਪੱਖ ਹੀ ਜਾਣਦੇ ਆ ਵੀ ਨਹੀਂ ਜੀ ਇਹਦੇ ਨਾਲ ਬੰਦਾ ਰੱਬ ਦਾ ਸ਼ਰੀਕ ਬਣ ਜਾਂਦਾ ਹੈ। ਇਹਦੇ 'ਚ ਕੋਈ ਅਤ ਕਥਨੀ ਨਹੀਂ ਹੈ ਕਿ ਕੋਈ ਵੀ ਵਿਅਕਤੀ ਰੱਬ ਦੀ ਬਰਾਬਰੀ ਕਰੇਗਾ ਤਾਂ ਉਹਨੂੰ ਸ਼ਰੀਕ ਮੰਨਿਆ ਜਾਏਗਾ। ਪਰ ਉਹਦੇ ਵਿੱਚ ਜਿਹੜੀਆਂ ਦਲੀਲਾਂ ਮੈਂ ਪੜ੍ਹੀਆਂ ਉਹ ਬਾ ਕਮਾਲ ਸੀਗੀਆਂ। ਗੁਰੂ ਸਾਹਿਬ ਦੇ ਮਨ ਦੀ ਜਿਹੜੀ ਉਸ ਅਵਸਥਾ ਨੂੰ ਭਾਈ ਸੰਤੋਖ ਸਿੰਘ ਨੇ ਲਿਖਿਆ, ਉਹ ਕਹਿੰਦੇ ਵੀ ਇਹ ਪੁੱਤਰ ਨੇ ਕੀਤਾ ਕੀ ਹੈ। ਅੱਜ ਤੋਂ ਬਾਅਦ ਅਗਰ ਕੋਈ ਹਾਕਮ ਮਰੇਗਾ, ਹਾਕਮ ਦਾ ਪੁੱਤਰ ਮਰੇਗਾ, ਤੇ ਉਹ ਤੇ ਆਪਣਾ ਮਰਿਆ ਜੀ ਲੈ ਕੇ ਆ ਜਾ ਕਰਨਗੇ। ਪਹਿਲਾਂ ਉਹ ਹੱਥ ਜੋੜਨਗੇ ਕਿ ਮਹਾਰਾਜ ਜੀ ਸਾਡਾ ਬੱਚਾ ਜਿਉਂਦਾ ਕਰੋ। ਜਦੋਂ ਨਹੀਂ ਅਸੀਂ ਮੰਨਾਂਗੇ ਫਿਰ ਉਹ ਸਾਨੂੰ ਆਪਣੀ ਤੜੀ ਵੀ ਵਿਖਾਉਣਗੇ ਵੀ ਤੁਸੀਂ ਕੌਣ ਹੁੰਦੇ ਸਾਡਾ ਬੱਚਾ ਨਾ ਜਿਉਂਦਾ ਕਰਨ ਵਾਲੇ। ਇਹ ਗੱਲਾਂ ਜਿਹੜੀਆਂ ਅੱਜ ਵੀ ਜਿਹੜੇ ਤਾਂਤਰਿਕ ਲੋਕ ਨੇ ਉਹਨਾਂ ਨੂੰ ਇਹ ਗੱਲਾਂ ਸਮਝਣ ਦੀ ਲੋੜ ਹੈ। ਖਾਸ ਕਰਕੇ ਮੈਂ ਆਪਣੀ ਕੌਮ ਨੂੰ ਬੇਨਤੀ ਕਰਦਾ ਕਿ ਇਸ ਤੋਂ ਵੱਡੀ ਕਿਹੜੀ ਉਦਾਹਰਨ ਹੋ ਸਕਦੀ ਹੈ ਕਿ ਅੱਜ ਕੋਈ ਭੁਲੇਖਾ ਹੈ ਸਾਨੂੰ ਕਿ ਬਾਬਾ ਅਟਲ ਰਾਏ ਜੀ ਦਾ ਜੀਵਨ ਕਿੰਨਾ ਮਹਾਨ ਹੋਏਗਾ, ਉਹਨਾਂ ਦੇ ਵਿੱਚ ਰੱਬ ਦੀ ਕਿੱਡੀ ਵੱਡੀ ਅਜ਼ਮਤ ਵਰਤਦੀ ਹੋਏਗੀ। ਅੱਜ ਕਿਹੜਾ ਦੁਨੀਆ ਦਾ ਬੰਦਾ ਜਿਹੜਾ ਕਿਸੇ ਨੂੰ ਧੌਣ ਨੂੰ ਖੁੰਡੀ ਲਾ ਕੇ ਕਵੇ ਉੱਠ ਬਈ ਤੇ ਕੋਈ ਬੰਦਾ ਉੱਠ ਜਾਏ। ਐਸੀ ਉਦਾਹਰਨ ਤੁਹਾਨੂੰ ਧਰਤੀ ਤੇ ਕਿਤੇ ਨਹੀਂ ਮਿਲੇਗੀ। ਕੋਈ ਮਿਲਿਆ ਤੁਹਾਨੂੰ ਜਿਹੜਾ ਬੰਦੇ ਜਿਉਂਦੇ ਕਰਦਾ ਹੋਵੇ? ਤੁਹਾਡੇ ਗੁਰੂ ਦਾ ਪੁੱਤਰ ਹੈਗਾ ਬਾਬਾ ਅਟਲ ਰਾਏ, ਉਹ ਕਰ ਸਕਦਾ, ਉਹਨੇ ਕੀਤਾ। ਪਰ ਉਸ ਏਡੀ ਵੱਡੀ ਅਜ਼ਮਤ ਨੂੰ ਵੀ ਗੁਰੂ ਸਾਹਿਬ ਨੇ ਪ੍ਰਵਾਨ ਨਹੀਂ ਕੀਤਾ। ਫਿਰ ਆਪਣੇ ਪੁੱਤਰ ਨੂੰ ਹੀ ਫੈਸਲਾ ਦੇ ਦਿੱਤਾ। ਆਖਿਆ ਪੁੱਤਰ ਹੁਣ ਇਹ ਦੱਸ ਵੀ ਤੂੰ ਰਹਿਣਾ ਹੈ ਕਿ ਅਸੀਂ ਰਹਿਣਾ ਹੈ। ਤੇ ਇਤਿਹਾਸ ਇਹ ਕਹਿੰਦਾ ਕਿ ਬਾਬਾ ਅਟਲ ਰਾਏ ਜੀ ਘਰੋਂ ਵਾਪਸ ਆਏ ਨੇ ਤੇ ਇਸ ਕੌਲਸਰ ਦੇ ਅਸਥਾਨ ਤੋਂ ਆ ਕੇ ਇਸ਼ਨਾਨ ਕੀਤਾ, ਇਹਦੇ ਕਿਨਾਰੇ ਤੇ ਆਪਣਾ ਸਰੀਰ ਤਿਆਗ ਦਿੱਤਾ। ਔਰ ਇਹ ਵੀ ਇਤਿਹਾਸ ਵਿੱਚ ਆਉਂਦਾ ਹੈ। ਹੁਣ ਇਹਨੂੰ ਤੁਸੀਂ ਕਿਹੜੇ ਰੂਪ 'ਚ ਲੈਣਾ ਹੈ ਇਹ ਤੁਹਾਡੀ ਮਰਜ਼ੀ ਹੈ। ਮੈਨੂੰ ਵੀ ਸਵੇਰੇ ਵੀ ਵੀਰ ਜੀ ਕਹਿ ਰਹੇ ਸੀ ਕਿ ਨਹੀਂ ਉਸ ਵੇਲੇ ਕਿਹਾ ਗਿਆ ਸੀ ਵੀ ਇਸ ਤੋਂ ਵੱਡੀ ਕੋਈ ਅੰਮ੍ਰਿਤਸਰ ਵਿੱਚ ਇਮਾਰਤ ਨਹੀਂ ਹੋਏਗੀ। ਮੈਂ ਕਿਹਾ ਗੱਲਾਂ ਭਾਵਨਾ ਦੀਆਂ ਹੁੰਦੀਆਂ ਨੇ। ਹਾਂ, ਇੱਕ ਚੀਜ਼ ਜ਼ਰੂਰ ਸੀ ਸਾਡੇ ਪੁਰਾਣੇ ਗੁਰਸਿੱਖਾਂ ਵਿੱਚ ਕਿ ਉਹ ਜਦੋਂ ਵੀ ਆਪਣਾ ਕੋਈ ਘਰ ਬਣਾਉਂਦਾ ਸੀ ਤੇ ਉਹ ਇਹ ਗੱਲ ਦਾ ਧਿਆਨ ਕਰਦਾ ਸੀ ਕਿ ਮੇਰਾ ਘਰ ਬਾਬੇ ਅਟਲ ਦੇ ਘਰ ਤੋਂ ਉੱਚਾ ਨਹੀਂ ਹੋ ਸਕਦਾ। ਇਹਨੂੰ ਭਾਵਨਾ ਨਾਲ ਜੋੜਨਾ ਚਾਹੀਦਾ, ਆਪਾਂ ਰਿਸਪੈਕਟ ਨਾਲ ਜੋੜਨਾ ਚਾਹੀਦਾ ਕਿ ਆਪਣੇ ਅੰਦਰ ਜਿਵੇਂ ਹੁਣ ਆਪਾਂ ਜਿੰਨਾ ਕੁਝ ਸੱਚੇ ਪਾਤਸ਼ਾਹ ਦੇ ਘਰ ਆਉਣ ਲੱਗਿਆਂ ਕਰਦੇ ਆ, ਉਹਦੇ ਵਿੱਚ ਬੜੀਆਂ ਗੱਲਾਂ ਨੇ ਜਿਨ੍ਹਾਂ ਗੱਲਾਂ ਦਾ ਕੋਈ ਲਿਖਤੀ ਕਿਤੇ ਵੀ ਵਰਣਨ ਨਹੀਂ ਹੈਗਾ। ਜਿਵੇਂ ਅੱਜ ਕੱਲ੍ਹ ਤੁਸੀਂ ਵੇਖਿਆ ਹੋਣਾ ਉਹ ਬੱਚੇ ਨਿੱਕਰਾਂ ਪਾ ਕੇ ਤੁਰੇ ਆਉਂਦੇ ਨੇ। ਜੇ ਅਸੀਂ ਰੋਕਦੇ ਪਤਾ ਕੀ ਕਹਿੰਦੇ, ਕਿੱਥੇ ਲਿਖਿਆ ਹੈ? ਹੁਣ ਦੱਸੋ ਤੈਨੂੰ ਕਿੱਥੇ ਲਿਖਿਆ ਵਿਖਾਈਏ ਬਈ। ਉਹ ਇੱਕ ਬੱਚਾ ਸੀ, ਉਹ ਕਹਿਣ ਲੱਗਾ ਜੀ ਅਸੀਂ ਤਾਂ ਮੰਦਿਰ ਜਾਂਦੇ ਆ, ਅਸੀਂ ਤਾਂ ਇੱਦਾਂ ਹੀ ਜਾਂਦੇ ਆ। ਤੇ ਮੈਂ ਕਿਹਾ ਭਾਈ ਮੰਦਿਰ 'ਚ ਤੇ ਫਿਰ ਨਾਗੇ ਸਾਧੂਆਂ ਦੀਆਂ ਮੂਰਤੀਆਂ ਵੀ ਹੁੰਦੀਆਂ, ਫਿਰ ਤੁਸੀਂ ਉੱਦਾਂ ਵੀ ਚੱਲ ਜਾਇਆ ਕਰੋ। ਸਾਨੂੰ ਕੀ ਇਤਰਾਜ਼ ਹੈ? ਸਾਨੂੰ ਕੀ ਇਤਰਾਜ਼ ਹੈ? ਪਰ ਇਹ ਗੱਲਾਂ ਇਹਨੂੰ ਕਹਿੰਦੇ ਨੇ ਗੁਰਮਤਿ ਸਾਚੀ ਹੁਜਤ ਦੂਰ। ਇਹ ਹੁਜਤ ਸਾਨੂੰ ਨਹੀਂ ਕਰਨੀ ਚਾਹੀਦੀ। ਮੰਦਿਰ ਜਾਓ, ਮਸਜਿਦ ਜਾਓ, ਚਰਚ ਜਾਓ, ਜਿਨ੍ਹਾਂ ਥਾਵਾਂ ਨੂੰ ਰੱਬ ਦੇ ਘਰ ਮੰਨ ਲਿਆ ਗਿਆ ਹੈ ਉੱਥੇ ਰੱਬ ਦੀ ਭਾਵ ਭਾਵਨੀ ਨਾਲ ਜਾਓ। ਉੱਥੇ ਐਸੀਆਂ ਗੱਲਾਂ ਕਰਨੀਆਂ ਸ਼ੋਭਨੀਕ ਨਹੀਂ। ਕੋਈ ਸਾਧੂ, ਕੋਈ ਸੰਤ, ਕੋਈ ਭੇਖ, ਕੋਈ ਮਹਾਪੁਰਖ
ਕਿਸ ਤਰ੍ਹਾਂ ਸੰਸਾਰ ਮਹਾਤਮਾਵਾਂ ਦੀ ਥਾਂ ਤੇ ਵੀ ਜੇ ਕੋਈ ਜਾਵੇ ਤੇ ਉਹਨੂੰ ਵੀ ਅਦਬ ਨਾਲ ਜਾਣਾ ਚਾਹੀਦਾ, ਸਨਮਾਨ ਨਾਲ ਜਾਣਾ ਚਾਹੀਦਾ। ਪਤਾ ਨਹੀਂ ਉਹ ਕਿਸ ਰੰਗ ਦੇ ਵਿੱਚ ਰੰਗੀਆਂ ਰੂਹਾਂ ਕਿੱਦਾਂ ਉਹ ਵਿਚਰੀਆਂ ਹੋਣਗੀਆਂ ਸੰਸਾਰ ਵਿੱਚ, ਪਰ ਜਿਹੜਾ ਸਾਨੂੰ ਸਿੱਖਣਾ ਚਾਹੀਦਾ ਹੈ, ਮੈਂ ਫਿਰ ਬੇਨਤੀ ਕਰਾਂ, ਹਰ ਚੀਜ਼ ਲਿਖਤ ਵਿੱਚ ਨਹੀਂ ਹੈ, ਹਰ ਚੀਜ਼ ਤੁਹਾਡੇ ਅਦਬ ਦੇ ਵਿੱਚ ਹੈ। ਬਸ ਇਹ ਸਮਝ ਲੈਣਾ, ਜਿਹੜਾ ਸਿੱਖੀ ਦਾ ਇਹ ਪਾਠ ਹੈ ਨਾ ਕਿ ਜਿਨ ਮਨ ਭਾਉ ਕਰੋ ਕਿਰਪਾ, ਜਿਨ ਮਨ ਭਾਉ ਤਿਨਾ ਮਨ ਭਾਉ। ਜਿਹਦੇ ਅੰਦਰ ਅਦਬ ਨਹੀਂ, ਚੇਤਾ ਰੱਖਣਾ ਉਹਦੇ ਅੰਦਰ ਪਿਆਰ ਨਹੀਂ ਹੈ। ਬੇਅਦਬ ਬੰਦਾ ਮਤ ਢੌਂਗ ਕਰੇ ਕਿ ਮੈਂ ਗੁਰੂ ਨੂੰ ਪਿਆਰ ਕਰਦਾ। ਜੇ ਤੂੰ ਗੁਰੂ ਨੂੰ ਪਿਆਰ ਕਰਦਾ ਹੋਵੇਂ ਤੇ ਪਿਆਰ ਦੀ ਪਹਿਲੀ ਪੌੜੀ ਹੈ ਉਹ ਹੈ ਅਦਬ। ਜਿਹੜਾ ਆਪਣੇ ਮਾਂ ਪਿਓ ਨੂੰ ਮੱਥਾ ਹੀ ਨਹੀਂ ਟੇਕਦਾ, ਉੱਠ ਕੇ ਸਵੇਰੇ ਗੋਡੀ ਹੱਥ ਨਹੀਂ ਲਾਉਂਦਾ, 2 ਮਿੰਟ ਜਾ ਕੇ ਉਹਨਾਂ ਦੇ ਕੋਲ ਨਹੀਂ ਬੈਠਦਾ, ਤੁਸੀਂ ਕੀ ਸੋਚਦੇ ਵੀ ਉਹ ਆਪਣੇ ਮਾਂ ਪਿਓ ਨੂੰ ਪਿਆਰ ਕਰਦਾ ਹੋਏਗਾ? ਨਾ, ਉਹ ਪਿਆਰ ਨਹੀਂ ਕਰਦਾ। ਹੋ ਸਕਦਾ ਪੈਸੇ ਦੇ ਪ੍ਰੈਸ਼ਰ ਵਿੱਚ ਉਹ ਉਹਦਾ ਰੱਖ ਰਖਾਵ ਤੇ ਜ਼ਰੂਰ ਕਰਦਾ ਹੋਵੇ, ਵੀ ਉਹਨੂੰ ਕੋਈ ਨੌਕਰ ਰੱਖਦਾ, ਕੋਈ ਨਰਸ ਰੱਖਦੀ, ਕੋਈ ਡਾਕਟਰ ਰੱਖਦਾ, ਕੋਈ ਉਹਨਾਂ ਨੂੰ ਮੇਡ ਰੱਖ ਦਿੱਤੀ। ਇੱਕ ਬਹੁਤ ਵੱਡਾ ਧਨਾੜ ਆਦਮੀ, ਮੈਂ ਉਹਨੂੰ ਪੁੱਛਿਆ, ਮੈਨੂੰ ਕਹਿੰਦਾ ਗਿਆਨੀ ਜੀ ਮੇਰੇ 2 ਘੰਟੇ ਸਵੇਰੇ ਮਾਂ ਦੇ ਕਮਰੇ 'ਚ ਲੱਗਦੇ ਨੇ। ਮੈਂ ਕੀ ਕਰਦਾ ਹੈ? ਕਹਿੰਦਾ ਮੈਂ ਆਪਣੇ ਮਾਂ ਦੇ ਕਮਰੇ ਦੀ ਸਫਾਈ ਕਰਦਾ, ਮੈਂ ਸਾਰੇ ਨੌਕਰ ਹਟਾ ਦਿੱਤੇ ਨੇ, ਮੇਰੀ ਸਾਰੀ ਕੋਠੀ 'ਚ ਨੌਕਰ ਕੰਮ ਕਰਦੇ ਨੇ, ਪਰ ਮੇਰੀ ਮਾਂ ਦੇ ਕਮਰੇ ਦੀ ਚਾਦਰ, ਸਰਾਣਾ, ਉਹਨਾਂ ਦਾ ਬਾਥਰੂਮ ਸਾਫ਼ ਕਰਨਾ ਆਪਣੇ ਹੱਥੀਂ ਕਰਨਾ ਹੈ, ਹਰ ਚੀਜ਼। ਹੁਣ ਇਹਨੂੰ ਕਹਿੰਦੇ ਨੇ, ਆਪਾਂ ਕਹਿ ਸਕਦੇ ਹਾਂ ਕਿ ਉਹ ਬੱਚਾ ਆਪਣੀ ਮਾਂ ਨੂੰ ਪਿਆਰ ਕਰਦਾ ਹੈ, ਪਿਆਰ ਕਰਦਾ ਹੈ ਤੇ ਮਾਂ ਦੇ ਕਮਰੇ ਦਾ ਜਾ ਕੇ ਉਹ ਇਹ ਸਾਰਾ ਕਾਰਜ ਵੀ ਕਰਦਾ ਹੈ। ਸੋ ਇਸ ਕਰਕੇ ਜਿਨ੍ਹਾਂ ਦੇ ਅੰਦਰ ਅਦਬ ਹੀ ਨਹੀਂ ਆਇਆ, ਮਤ ਸੋਚਣਾ ਕਿ ਉਹ ਗੁਰੂ ਨੂੰ ਪਿਆਰ ਕਰਨ ਵਾਲੇ ਨੇ। ਤੇ ਜੇ ਪਿਆਰ ਹੀ ਨਹੀਂ ਹੈ ਤਾਂ ਫਿਰ ਇਹ ਚੇਤਾ ਰੱਖਣਾ ਕਿ ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੋ ਗੁਰੂ ਦਾ ਅਦਬ ਸਾਡੇ ਵਿੱਚ ਆਵੇ। ਸਾਡੇ ਵਿੱਚ ਇਹਨਾਂ ਕਰਾਮਾਤਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਇਹ ਰਿੱਧ ਸਿੱਧ ਅਵਰਾ ਸਾਧ ਦਾ ਨਾਂ ਦੇ ਕੇ ਸਤਿਗੁਰੂ ਨੇ ਇਸ ਨੂੰ ਪ੍ਰਵਾਨਿਆ ਨਹੀਂ। ਇੱਥੋਂ ਤੱਕ ਕਿ ਆਪਣੇ ਪੁੱਤਰਾਂ ਨੂੰ ਵੀ ਪ੍ਰਵਾਨ ਨਹੀਂ ਕੀਤਾ ਜੇ ਉਹਨਾਂ ਨੇ ਕਿਤੇ ਦੁਨਿਆਵੀ ਤੌਰ ਤੇ ਉਸ ਅਜ਼ਮਤ ਦੀ ਵਰਤੋਂ ਕੀਤੀ ਹੈ। ਕਿਉਂਕਿ ਸਾਨੂੰ ਇੱਕੋ ਹੀ ਪਾਠ ਪੜ੍ਹਾਇਆ ਗਿਆ ਹੈ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹਨੇ ਸ਼ਬਦਾਂ ਨਾਲ ਦਾਸ ਖਿਮਾ ਦਾ ਜਾਚਕ ਹੈ। ਮੇਰੀਆਂ ਭੁੱਲਾਂ ਬਖਸ਼ ਦੇਣੀਆਂ। ਸਤਿਗੁਰੂ ਜੀ ਦਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਕਿਰਪਾ ਕੀਤੀ ਹੈ, ਆਪਣੀ ਗੋਦ ਵਿੱਚ ਬਿਠਾ ਕੇ ਇਹ 2 ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਆਪ ਸੰਗਤ ਦਾ ਧੰਨਵਾਦ ਜੋ ਹਮੇਸ਼ਾ ਪਿਆਰ ਅਸੀਸ ਬਖਸ਼ਦੇ ਹੋ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਜੀ ਦਾ ਧੰਨਵਾਦ ਜੋ ਸਮਾਂ ਵੰਡ ਕਰਦੇ ਆਪ ਜੀ ਦੇ ਦਰਸ਼ਨ ਕਰਵਾਉਂਦੇ ਨੇ। ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਸਿਹਤ ਜਾਬੀ ਦੇਣ। ਗੁਰੂ ਰਾਮਦਾਸ ਮਹਾਰਾਜ ਆਪ ਕਿਰਪਾ ਕਰਕੇ ਉਹਨਾਂ ਤੋਂ ਆਪਣੇ ਘਰ ਦੀ ਸੇਵਾ ਲੈਣ। ਸੋ ਆਓ ਫਤਿਹ ਬੁਲਾਉਣ ਤੋਂ ਪਹਿਲਾਂ ਜੋ ਸ਼ਬਦ ਦੀਆਂ 2 ਅੰਤਲੀਆਂ ਪੰਕਤੀਆਂ ਨੇ ਉਹਨਾਂ ਦਾ ਪਾਠ ਸਰਵਣ ਕਰੀਏ। ਹਾਂਜੀ। ਆਪੇ ਠਾਕੁਰ ਆਪੇ ਸੇਵਕ, ਆਪ ਬਨਾਵੈ ਭਾਤੀ। ਨਾਨਕ ਜਨ ਤੁਮਰੀ ਸਰਣਾਈ, ਹਰ ਰਾਖੋ ਲਾਜ ਪਗਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।